ਹੈਲੋ ਸਟੂਡੈਂਟਸ, ਬੇਟਾ ਅੱਜ ਆਪਣਾ ਟੌਪਿਕ ਹੈ ਕ੍ਰੀਏਸ਼ਨ ਆਫ ਕੰਪਨੀ ਇਨ ਟੈਲੀ। ਕਿਸ ਤਰ੍ਹਾਂ ਆਪਾਂ ਟੈਲੀ ਦੇ ਵਿੱਚ ਕੰਪਨੀ ਨੂੰ ਕ੍ਰੀਏਟ ਕਰਨਾ ਬੇਟਾ ਇਸ ਤੋਂ ਪਹਿਲਾਂ ਕ੍ਰੀਏਟ ਕਰਨ ਤੋਂ ਪਹਿਲਾਂ ਉਹਨੂੰ ਕੰਪਨੀ ਦਾ ਮੀਨਿੰਗ ਕਲੀਅਰ ਹੋ ਜਾਣਾ ਚਾਹੀਦਾ ਕਿ ਕੰਪਨੀ ਕ੍ਰੀਏਸ਼ਨ ਆਫ ਕੰਪਨੀ ਕਿਆ ਚੀਜ਼ ਹੈ। ਦੇਖੋ ਅਗਰ ਕਿਸੇ ਵੀ ਕੰਪਨੀ ਦਾ ਜਾਂ ਕਿਸੇ ਵੀ ਬਿਜ਼ਨਸ ਦਾ ਅਸੀਂ ਅਕਾਊਂਟਸ ਮੇਨਟੇਨ ਕਰਨੇ ਹੈ ਤਾਂ ਉਸ ਅਕਾਊਂਟਸ ਮੇਨਟੇਨ ਟੈਲੀ ਦੇ ਵਿੱਚ, ਅਗਰ ਕਿਸੇ ਵੀ ਬਿਜ਼ਨਸ ਦੇ ਅਸੀਂ ਟੈਲੀ ਦੇ ਵਿੱਚ ਅਕਾਊਂਟ ਮੇਨਟੇਨ ਕਰਨੇ ਹੈ, ਉਸ ਅਕਾਊਂਟ ਮੇਨਟੇਨ ਕਰਨ ਤੋਂ ਪਹਿਲਾਂ ਸਾਡਾ ਫਸਟ ਸਟੈਪ ਕੀ ਹੈ, ਉਸ ਬਿਜ਼ਨਸ ਬਾਰੇ, ਉਸ ਐਂਟੀਟੀ ਬਾਰੇ ਸਾਰੇ ਰਿਕਾਰਡ ਨੂੰ ਫਿਲ ਕਰਨਾ। ਉਸਦਾ ਨੇਮ ਕੀ ਹੈ, ਈਮੇਲ ਐਡਰੈਸ ਕੀ ਹੈ, ਉਸਦੇ ਆਪਣੇ ਹਰ ਚੀਜ਼, ਉਹਦੀ ਹਰ ਇਨਫੋਰਮੇਸ਼ਨ ਬਾਰੇ ਅਸੀਂ ਕੀ ਹੈ ਆਪਣੇ ਕੋਲ ਆਪਣਾ ਰਿਕਾਰਡ ਨੂੰ ਫਿਲ ਕਰਨਾ। ਤਾਂ ਇਸ ਨੂੰ ਅਸੀਂ ਬੋਲਦੇ ਹਾਂ ਬੇਟਾ ਕ੍ਰੀਏਸ਼ਨ ਆਫ ਦਾ ਕੰਪਨੀ। ਦੇਖੋ ਫਸਟ ਲਾਈਨ ਕਹਿੰਦੇ ਵੈਨ ਐਵਰ ਵੀ ਵਾਂਟ ਟੂ ਮੇਨਟੇਨ ਅਕਾਊਂਟਸ ਇਨ ਦਾ ਟੈਲੀ ਫੋਰ ਅ ਪਰਟੀਕੂਲਰ ਐਂਟੀਟੀ, the first step is to create a record of that entity in the tally package, ਜਿਸ ਨੂੰ ਅਸੀਂ ਬੋਲਦੇ ਬੇਟਾ ਕ੍ਰੀਏਸ਼ਨ ਆਫ ਕੰਪਨੀ। ਠੀਕ ਹੈ ਜੀ, ਅਸੀਂ ਕੰਪਨੀ ਕਿਵੇਂ ਕ੍ਰੀਏਟ ਕਰਨੀ ਹੈ, ਦੇਖੋ ਸਭ ਤੋਂ ਪਹਿਲਾਂ ਬੇਟਾ ਇਹ ਸਟੈਪ ਲਿਖੇ ਪਏ ਨੇ, ਅਗਰ ਤੁਸੀਂ ਚੈੱਕ ਕਰ ਸਕਦੇ ਹੋ। ਇਹ ਦੇਖੋ ਬੇਟਾ ਸਭ ਤੋਂ ਪਹਿਲਾਂ ਕਲਿੱਕ ਔਨ ਸਟਾਰਟ ਜਾਵਾਂਗੇ, ਉੱਥੇ ਪ੍ਰੋਗਰਾਮ, ਦੈਨ ਆਪਾਂ tally.erp9, ਠੀਕ ਹੈ, ਫਿਰ ਅਸੀਂ ਉਹਦੇ ਉੱਪਰ ਕਲਿੱਕ ਕਰ ਦਾਂਗੇ। ਜਾਂ ਤੁਹਾਡੇ ਕੀ ਹੈਗਾ, ਜਦੋਂ ਤੁਸੀਂ ਇੰਸਟਾਲ ਕੀਤਾ ਹੋਏਗਾ ਤਾਂ ਡੈਸਕਟੋਪ ਆਈਕਨ 'ਤੇ ਟੈਲੀ ERP9 ਦਾ ਆਈਕਨ ਹੋਏਗਾ, ਦੈਨ ਤੁਸੀਂ ਉਹਦੇ ਕੀ ਜਾਂ ਤਾਂ ਉਹਦੇ ਉੱਪਰ ਡਬਲ ਕਲਿੱਕ ਕਰ ਦੋਗੇ। ਅਗਰ ਡਬਲ ਕਲਿੱਕ ਕਰਨ ਨਾਲ ਤੁਹਾਡਾ ਕੀ ਹੈ ਟੈਲੀ ERP9 ਓਪਨ ਹੋ ਜਾਏਗਾ ਬੇਟਾ। ਠੀਕ ਹੈ ਜੀ, ਉਸ ਤੋਂ ਅੱਗੇ ਚੱਲਦਾ ਬੇਟਾ ਜਦੋਂ ਤੁਸੀਂ ਟੈਲੀ ERP9 ਫਸਟ ਟਾਈਮ ਓਪਨ ਕਰ ਰਹੇ ਹੋ, ਜਦੋਂ ਤੁਸੀਂ ਟੈਲੀ ਆਫਟਰ ਇੰਸਟੋਲੇਸ਼ਨ, ਜਦੋਂ ਤੁਸੀਂ ਟੈਲੀ ERP9 ਫਸਟ ਟਾਈਮ ਓਪਨ ਕਰ ਰਹੇ ਹੋ ਬੇਟਾ, ਤੁਹਾਡੇ ਕੋਲ ਕੀ ਹੋਏਗਾ, ਇੱਕ ਇਸ ਤਰ੍ਹਾਂ ਦੀ ਸਕਰੀਨ ਖੁੱਲ੍ਹ ਜਾਏਗੀ। ਦੇਖੋ ਸਾਈਡ 'ਤੇ ਤੁਹਾਡਾ ਆਪਣਾ ਰਾਈਟ ਸਾਈਡ 'ਤੇ ਆਪਣਾ ਗੇਟਵੇ ਆਫ ਟੈਲੀ ਹੋਏਗਾ, ਜਿਹਦੇ ਵਿੱਚ ਤੁਹਾਡਾ ਆਏਗਾ ਕ੍ਰੀਏਟ ਕੰਪਨੀ। ਤੁਸੀਂ ਇਸ ਕ੍ਰੀਏਟ ਕੰਪਨੀ 'ਤੇ ਕਲਿੱਕ ਕਰ ਦੇਣਾ। ਉਸ ਕ੍ਰੀਏਟ ਕੰਪਨੀ ਤੋਂ ਕਲਿੱਕ ਕਰਨ ਤੋਂ ਬਾਅਦ ਬੇਟਾ ਤੁਹਾਡੇ ਕੋਲ ਇੱਕ ਸਕਰੀਨ ਅਪੀਅਰ ਹੋ ਜਾਏਗੀ ਲਾਈਕ ਦਿਸ। ਠੀਕ ਹੈ, ਹੁਣ ਇਸ ਦੇ ਵਿੱਚ ਬੇਟਾ ਆਪਾਂ ਇਨਫੋਰਮੇਸ਼ਨ ਭਰਾਂਗੇ। ਦੇਖੋ ਹੁਣ ਇਨਫੋਰਮੇਸ਼ਨ ਕੀ ਆਪਾਂ ਸਾਰੀਆਂ ਇੱਕ ਬਾਈ ਕਰਕੇ ਡਿਸਕਸ ਕਰਦੇ ਹਾਂ। ਦੇਖੋ ਸਭ ਤੋਂ ਪਹਿਲਾਂ ਬੇਟਾ ਆਉਂਦਾ ਡਾਇਰੈਕਟਰੀ। ਇਸ ਡਾਇਰੈਕਟਰੀ ਦਾ ਮਤਲਬ ਕੀ ਹੈ ਕਿ ਜਿਹੜਾ ਤੁਹਾਡਾ ਟੈਲੀ ਦਾ ਡਾਟਾ ਹੈ, ਜਿਹੜਾ ਤੁਹਾਡਾ ਟੈਲੀ ਕੋਈ ਵੀ ਚੀਜ਼ ਰਿਕਾਰਡ ਕਰੇਗੀ, ਟੈਲੀ ERP9 ਅਗਰ ਕੁਛ ਵੀ ਰਿਕਾਰਡ ਕਰੇਗਾ, ਉਹ ਕਿੱਥੇ ਸਟੋਰ ਹੋਏਗਾ। ਮਤਲਬ ਕੀ ਹੋ ਗਿਆ, ਤੁਹਾਡਾ ਪਾਥ ਆਫ ਦਾ ਡਾਟਾ ਹੋ ਗਿਆ ਕਿ ਅਗਰ ਟੈਲੀ ERP9 ਕੰਪਨੀ ਦਾ ਡਾਟਾ ਕਿਸ ਜਗ੍ਹਾ 'ਤੇ ਤੁਹਾਡਾ ਸਟੋਰ ਕਰੇਗਾ, ਉਸ ਨੂੰ ਅਸੀਂ ਬੋਲਦੇ ਬੇਟਾ ਡਾਇਰੈਕਟਰੀ। ਠੀਕ ਹੈ, ਇਹ ਬੇਟਾ ਜਿਹੜਾ ਤੁਹਾਡਾ ਜਦੋਂ ਤੁਸੀਂ ਇਹ ਸਕਰੀਨ ਆਉਂਦੀ ਹੈ, ਤੁਹਾਡਾ ਆਟੋਮੈਟਿਕ ਜਿਹੜਾ ਕਰਸਨ ਹੈ ਉਹ ਸੈਕਿੰਡ ਆਪਸ਼ਨ ਨੇਮ ਦੇ ਉੱਪਰ ਹੁੰਦਾ, ਡਾਇਰੈਕਟਰੀ ਉੱਪਰ ਨਹੀਂ ਹੁੰਦਾ, ਕਿਉਂਕਿ ਇਸ ਨੂੰ ਚੇਂਜ ਕਰਨ ਦੀ ਕੋਈ ਵੀ ਜ਼ਰੂਰਤ ਨਹੀਂ ਹੁੰਦੀ, ਇਹ ਆਟੋਮੈਟਿਕਲੀ ਹੁੰਦਾ। ਅਗਰ ਫਿਰ ਵੀ ਤੁਸੀਂ ਇਹਨੂੰ ਚੇਂਜ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ। ਠੀਕ ਹੈ, ਬਟ ਇਹ ਆਟੋਮੈਟਿਕਲੀ ਕਿਸ ਉੱਪਰ ਕਿੱਥੇ ਸੇਵ ਹੁੰਦਾ, ਦੇਖੋ ਸੀ ਡਰਾਈਵ ਉੱਪਰ। ਸੀ ਡਰਾਈਵ ਦੇ ਵਿੱਚ ਯੂਜ਼ਰ ਪਬਲਿਕ tally.erp9 ਦੈਨ ਡਾਟਾ, ਤੁਹਾਡਾ ਇਹ ਆਟੋਮੈਟਿਕਲੀ ਉੱਥੇ ਸੇਵ ਹੁੰਦਾ। ਬਟ ਹੁਣ ਅਸੀਂ ਜਿਸ ਬਿਜ਼ਨਸ ਦਾ ਅਸੀਂ ਡਾਟਾ ਸੇਵ ਕਰਨਾ ਚਾਹੁੰਦੇ ਹਾਂ, ਉਸ ਬਿਜ਼ਨਸ ਦਾ ਨਾਮ ਲਿਖਾਂਗੇ। ਜਿਵੇਂ ਐਗਜ਼ਾਮਪਲ ਲਿਖਿਆ ਪਿਆ ਨੇਮ ABC ਲਿਮਟਿਡ, ਉਹਦਾ ਨਾਮ ਮੇਲਿੰਗ ਨੇਮ ਲਿਖਾਂਗੇ ਬੇਟਾ, ਉਹਨਾਂ ਦਾ ਐਡਰੈਸ ਲਿਖਾਂਗੇ ਜਿਵੇਂ ਲਿਖਿਆ ਪਿਆ ਮੋਡਲ ਟਾਊਨ ਲੁਧਿਆਣਾ ਪੰਜਾਬ, ਕੰਟਰੀ ਇੰਡੀਆ, ਸਟੇਟ ਪੰਜਾਬ, ਪਿੰਨ ਕੋਡ ਲਿਖਾਂਗੇ ਬੇਟਾ ਉਹਨਾਂ ਦਾ, ਆਪਣਾ ਪਿੰਨ ਕੋਡ ਤੋਂ ਬਾਅਦ ਆਪਣਾ ਕੀ ਨਾਮ ਹੈ, ਫ਼ੋਨ ਨੰਬਰ ਲਿਖਾਂਗੇ ਬੇਟਾ, ਮੋਬਾਈਲ ਨੰਬਰ ਲਿਖਾਂਗੇ। ਮੋਬਾਈਲ ਨੰਬਰ ਤੋਂ ਬਾਅਦ ਬੇਟਾ ਤੁਸੀਂ ਉਹਨਾਂ ਦਾ ਕੋਈ ਵੀ ਆਪਣਾ ਅਗਰ ਆਪਣਾ ਫੈਕਸ ਨੰਬਰ ਹੈ, ਈਮੇਲ ਨੰਬਰ ਹੈ, ਵੈਬਸਾਈਟ, ਇਹ ਤੁਸੀਂ ਸਾਰੀ ਇਨਫੋਰਮੇਸ਼ਨ ਉਹਨਾਂ ਦੀ ਭਰ ਦੋਗੇ। ਇਹ ਇਨਫੋਰਮੇਸ਼ਨ ਭਰਨ ਤੋਂ ਬਾਅਦ ਬੇਟਾ ਤੁਸੀਂ ਲਿਖੋਗੇ ਕਿ ਫਾਈਨੈਂਸ਼ੀਅਲ ਬੁੱਕ ਕਦੋਂ ਸਟਾਰਟ ਹੋ ਰਹੀ ਹੈ। ਮੋਸਟਲੀ ਆਪਣੀ 1 ਅਪ੍ਰੈਲ ਨੂੰ ਸਟਾਰਟ ਹੁੰਦੀ ਹੈ, ਅਗਰ ਸਮ ਟਾਈਮ 1 ਜਨਵਰੀ ਤੋਂ ਵੀ ਸਟਾਰਟ ਹੋ ਸਕਦੀ ਹੈ। ਬਟ ਜਦੋਂ ਵੀ ਸਟਾਰਟ ਹੋ ਰਹੀਆਂ ਤੁਸੀਂ ਉਹ ਲਿਖ ਦੇਣਾ ਬੇਟਾ ਬੁੱਕਸ। ਵੈਸਾ ਬੇਟਾ ਤੁਹਾਡਾ ਫਾਈਨੈਂਸ਼ੀਅਲ ਈਅਰ ਜਦੋਂ ਸਟਾਰਟ ਹੁੰਦਾ, ਬੁੱਕਸ ਵੀ ਉਦੋਂ ਹੀ ਸਟਾਰਟ ਹੁੰਦੀਆਂ ਨੇ, ਪਰ ਸਮ ਟਾਈਮ ਇਹ ਡੇਟ ਡਿਫਰੈਂਟ ਹੋ ਸਕਦੀ ਹੈ। ਜੋ ਵੀ ਡੇਟ ਹੋਏਗੀ ਤੁਸੀਂ ਲਿਖ ਦੇਣੀ ਹੈ ਬੇਟਾ। ਫਿਰ ਆਉਂਦਾ ਬੇਟਾ ਸਿਕਿਉਰਿਟੀ ਕੰਟਰੋਲ, ਇਹ ਤੁਹਾਡਾ ਸਾਰਾ ਹੈਗਾ ਆਪਣਾ ਸਿਕਿਉਰਿਟੀ ਕੰਟਰੋਲ ਵਾਲਾ ਜੋ ਤੁਸੀਂ ਦੇਖ ਰਹੇ ਹੋ ਬੇਟਾ। ਪਹਿਲਾਂ ਆਉਂਦਾ ਟੈਲੀ ਵੋਲਟ ਪਾਸਵਰਡ, ਬੇਟਾ ਇਹ ਪਾਸਵਰਡ ਤੁਹਾਡਾ ਬਹੁਤ ਹੀ ਜ਼ਰੂਰੀ ਹੈ ਸਿਕਿਉਰਿਟੀ ਪਰਪਸ ਲਈ। ਬੇਟਾ ਇਹ ਸਾਰੇ ਡਾਟੇ ਨੂੰ ਇਨਕ੍ਰਿਪਟਡ ਫਾਰਮ ਵਿੱਚ ਕਰ ਦਿੰਦਾ ਹੈ। ਐਂਡ ਸਭ ਤੋਂ ਵੱਡੀ ਗੱਲ ਹੈ ਤੁਸੀਂ ਇਹ ਪਾਸਵਰਡ ਕਿਸੇ ਨਾਲ ਵੀ ਤੁਸੀਂ ਸ਼ੇਅਰ ਨਹੀਂ ਕਰਨਾ ਹੁੰਦਾ। ਐਂਡ ਸਭ ਤੋਂ ਇੰਪੋਰਟੈਂਟ ਗੱਲ, ਅਗਰ ਤੁਹਾਡੇ ਕੋਲ ਇਹ ਪਾਸਵਰਡ ਬੇਟਾ ਲੋਸਟ ਹੋ ਜੇ ਤੁਸੀਂ ਡਾਟਾ ਰਿਕਵਰ ਨਹੀਂ ਕਰ ਸਕਦੇ। ਅਤੇ ਬਹੁਤ ਇੰਪੋਰਟੈਂਟ ਪਾਸਵਰਡ ਲਗਾਉਣਾ ਤਾਂ, ਅਗਰ ਨਹੀਂ ਲਗਾਉਣਾ ਤਾਂ ਵੀ ਕੋਈ, ਕਿਉਂਕਿ ਲਿਖਿਆ ਦੇਖੋ ਟੈਲੀ ਵੋਲਟ ਪਾਸਵਰਡ ਇਫ ਐਨੀ, ਅਗਰ ਲਗਾਉਣਾ ਚਾਹੁੰਦੇ ਹੋ ਤੁਸੀਂ। ਠੀਕ ਹੈ ਜੀ ਬੇਟਾ, ਫਿਰ ਆਉਂਦਾ ਤੁਹਾਡਾ ਸਿਕਿਉਰਿਟੀ ਕੰਟਰੋਲ, ਇਹ ਵੀ ਇੱਕ ਪਾਸਵਰਡ ਹੁੰਦਾ ਹੈ। ਇਹ ਤੁਸੀਂ ਐਡਮਿਨਿਸਟ੍ਰੇਸ਼ਨ ਦਾ ਨੇਮ, ਉਹਨਾਂ ਦਾ ਪਾਸਵਰਡ ਭਰ ਦੇਣਾ ਹੈ। ਠੀਕ ਹੈ ਜੀ, ਇਹ 2 ਤਰ੍ਹਾਂ ਦੇ ਪਾਸਵਰਡ ਹੈ ਜੋ ਤੁਸੀਂ ਟੈਲੀ ਦੇ ਵਿੱਚ ਲਗਾ ਸਕਦੇ ਹੋ। ਉਸ ਤੋਂ ਬਾਅਦ ਆਉਂਦਾ ਬੇਟਾ ਟੈਲੀ ਆਡਿਟ ਫੀਚਰ। ਇਸ ਦਾ ਮਤਲਬ ਕੀ ਹੁੰਦਾ, ਦੇਖੋ ਹੁਣ ਟੈਲੀ ਆਡਿਟ ਫੀਚਰ ਦਾ, ਇਹਦੇ ਵਿੱਚ ਬੇਟਾ ਟੈਲੀ ਆਡਿਟ ਫੀਚਰ ਦਾ ਇੱਕ ਤੁਹਾਨੂੰ ਮੈਂ ਕਰਕੇ ਦੱਸਦਾ ਕਿਹੜੀ ਜਗ੍ਹਾ 'ਤੇ ਕਹਿ ਰਿਹਾ ਆਪਾਂ। ਇਹ ਦੇਖੋ ਬੇਟਾ ਇਹਦਾ ਟੈਲੀ ਆਡਿਟ ਫੀਚਰ ਲਿਖਿਆ ਪਿਆ ਨੋ। ਇਸ ਦਾ ਮਤਲਬ ਕੀ ਹੁੰਦਾ ਹੈ, ਅਗਰ ਆਪਾਂ ਇਸ ਨੂੰ ਅਨੇਬਲ ਕਰ ਦਿੰਦੇ ਹਾਂ ਬੇਟਾ ਤਾਂ ਐਡਮਿਨਿਸਟ੍ਰੇਟਰ ਦੀ ਕੈਪੇਬਿਲਿਟੀ ਨੂੰ ਇਨਕਰੀਜ਼ ਕਰਦਾ ਹੈ। ਐਡਮਿਨਿਸਟ੍ਰੇਟਰ ਕੀ ਕਰ ਸਕਦਾ ਅਗਰ ਇਸ ਨੂੰ ਆਪਾਂ ਅਨੇਬਲ ਕਰ ਦਿੰਦੇ ਹਾਂ, ਅਗਰ ਬੇਟਾ ਉਹ ਟਰੈਕ ਕਰ ਸਕਦਾ ਕੋਈ ਵੀ ਡਾਟਾ ਵਿੱਚ ਚੇਂਜਿਸ ਆ ਰਿਹਾ, ਕੋਈ ਯੂਜ਼ਰ ਦੀ ਅਦਰ ਐਕਟੀਵਿਟੀਜ਼ ਨੂੰ, ਕਿਸੇ ਵੀ ਚੀਜ਼ ਨੂੰ ਉਹ ਟਰੈਕ ਕਰ ਸਕਦਾ ਹੈ ਅਗਰ ਆਪਾਂ ਇਸ ਨੂੰ ਅਨੇਬਲ ਕਰ ਦਿੰਦੇ ਹਾਂ ਬੇਟਾ।
ਉਸ ਤੋਂ ਬਾਅਦ ਆਉਂਦਾ ਡਿਸਅਲਾਓ ਓਪਨਿੰਗ ਇਨ ਆਪਣਾ ਐਜੂਕੇਸ਼ਨ ਮੋਡ, ਇਸ ਨੂੰ ਵੀ ਨੋ ਰਹਿਣ ਦਿਓ, ਤੁਹਾਨੂੰ ਐਜੂਕੇਸ਼ਨ ਮੋਡ ਤੋਂ ਕੋਈ ਵੀ ਲੈਣਾ ਦੇਣਾ ਨਹੀਂ ਹੈ, ਜਸਟ ਇਸ ਨੂੰ ਤੁਸੀਂ ਨੋ ਰਹਿਣ ਦਿਓ। ਉਸ ਤੋਂ ਬਾਅਦ ਬੇਟਾ ਆਪਣਾ ਕੀ ਆਉਂਦਾ, ਅਗਰ ਆਪਾਂ ਚੈੱਕ ਕਰੀਏ ਬੇਸਿਕ ਕਰੰਸੀ ਸਿੰਬਲ ਬਾਰੇ, ਹੁਣ ਸਾਰੀ ਜਿਹੜੀ ਆਪਣੀ ਇਨਫੋਰਮੇਸ਼ਨ ਹੈ ਕਰੰਸੀ ਬਾਰੇ ਇਨਫੋਰਮੇਸ਼ਨ ਆਏਗੀ। ਸਭ ਤੋਂ ਪਹਿਲਾਂ ਤੁਸੀਂ ਕਿਹੜਾ ਕਰੰਸੀ ਸਿੰਬਲ ਯੂਜ਼ ਕਰਨਾ ਚਾਹੁੰਦੇ ਹੋ, ਜਿਵੇਂ ਰੁਪਏ ਦਾ ਫਾਰਮਲ ਨੇਮ ਕੀ ਹੈ ਉਸਦਾ INR, ਠੀਕ ਹੈ। ਸੁਫਿਕਸ ਸਿੰਬਲ ਟੂ ਅਮਾਊਂਟ, ਤੁਸੀਂ ਕਿਹਾ ਉਸਦੇ ਅੱਗੇ ਅਮਾਊਂਟ ਦੇ ਅੱਗੇ ਕੋਈ ਵੀ ਸਿੰਬਲ ਲਗਾਉਣਾ ਚਾਹੁੰਦੇ ਹੋ ਜਾਂ ਨਹੀਂ ਲਗਾਉਣਾ ਚਾਹੁੰਦੇ, ਠੀਕ ਹੈ, ਉਸ ਬਾਰੇ ਲਿਖਣਾ ਹੈ। ਐਡ ਸਪੇਸ ਬਿਟਵੀਨ ਦਾ ਅਮਾਊਂਟ ਔਰ ਸਿੰਬਲ, ਤੁਸੀਂ ਅਮਾਊਂਟ ਔਰ ਸਿੰਬਲ ਵਿੱਚ ਕੋਈ ਸਪੇਸ ਰੱਖਣਾ ਚਾਹੁੰਦੇ ਹੋ ਨਹੀਂ ਚਾਹੁੰਦੇ, ਅਗਰ ਰੱਖਣਾ ਚਾਹੁੰਦੇ ਹੋ ਯੈਸ ਕਰ ਦੇਣਾ, ਅਗਰ ਨਹੀਂ ਰੱਖਣਾ ਚਾਹੁੰਦੇ ਤਾਂ ਨੋ ਕਰ ਦੇਣਾ। ਬੇਟਾ ਅਗਲਾ ਆਉਂਦਾ ਸ਼ੋ ਅਮਾਊਂਟ ਇਨ ਦਾ ਮਿਲੀਅਨ, ਬੇਟਾ ਇਹ ਵੱਡੇ ਬਿਜ਼ਨਸ ਲਈ ਮੈਨ ਲਈ ਹੁੰਦਾ ਹੈ, ਅਗਰ ਚਾਹੁੰਦੇ ਹੋ ਕਿ ਤੁਹਾਡੀ ਅਮਾਊਂਟ ਮਿਲੀਅਨਸ ਵਿੱਚ ਸ਼ੋ ਹੋਵੇ ਯੈਸ ਕਰ ਦਿਓ, ਅਦਰਵਾਈਜ਼ ਨੋ ਕਰ ਦਿਓ। ਉਸ ਤੋਂ ਬਾਅਦ ਬੇਟਾ ਤੁਹਾਡਾ ਆਉਂਦਾ ਆਪਣਾ ਨੰਬਰ ਆਫ ਡੈਸੀਮਲ ਪਲੇਸਿਸ, ਕਿ ਤੁਸੀਂ ਡੈਸੀਮਲ ਪਲੇਸਿਸ ਕਿੰਨਾ ਰੱਖਣਾ ਚਾਹੁੰਦੇ ਹੋ। ਮੋਸਟਲੀ ਬੇਟਾ ਤੁਹਾਡੀਆਂ ਆਪਣੀਆਂ 2 ਡੈਸੀਮਲ ਹੁੰਦੀਆਂ, ਕਿ ਅਗਰ ਮੰਨ ਕੇ ਚੱਲੋ ਆਪਣਾ 22 ਪੁਆਇੰਟ ਜਾਂ 22.30 ਪੈਸੇ, ਮਤਲਬ ਤੁਸੀਂ ਡੈਸੀਮਲ ਪਲੇਸਿਸ ਤੋਂ ਬਾਅਦ ਕਿੰਨੇ ਤੁਸੀਂ ਨੰਬਰ ਰੱਖਣਾ ਚਾਹੁੰਦੇ ਹੋ, 30 ਜਾਂ 301, ਮਤਲਬ ਤੁਸੀਂ ਆਫਟਰ ਪੁਆਇੰਟ ਕਿੰਨੇ ਆਪਣੇ ਹੋਰ ਰੱਖਣਾ ਚਾਹੁੰਦੇ ਹੋ, ਉਸ ਬਾਰੇ ਦੱਸਦਾ ਬੇਟਾ। ਉਸ ਤੋਂ ਬਾਅਦ ਵਰਡ ਰੀਪ੍ਰਜੈਂਟਿੰਗ ਅਮਾਊਂਟ ਆਫਟਰ ਡੈਸੀਮਲ, ਤੁਸੀਂ ਉਹਨੂੰ ਕੀ ਰੀਪ੍ਰਜੈਂਟ ਕਰਨਾ ਚਾਹੁੰਦੇ ਹੋ, ਪੈਸੇ ਜਾਂ ਕੁਛ। ਅਗਰ ਜਿਵੇਂ ਆਪਾਂ ਕਹੀਏ 22.301 ਤਾਂ ਆਪਾਂ ਇਸ ਨੂੰ ਕਿਵੇਂ ਬੋਲਦੇ ਬੇਟਾ, 22 ਰੁਪਏ 301 ਪੈਸੇ, ਠੀਕ ਹੈ। ਤਾਂ ਜੋ ਤੁਸੀਂ ਪਿਛਲੀ ਅਮਾਊਂਟ ਹੈ ਪੁਆਇੰਟਸ ਤੋਂ ਬਾਅਦ ਉਸਨੂੰ ਤੁਸੀਂ ਕਿਸ ਨਾਲ ਰੀਪ੍ਰਜੈਂਟ ਕਰਨਾ ਚਾਹੁੰਦੇ ਹੋ, ਪੈਸੇ ਨਾਲ ਰੀਪ੍ਰਜੈਂਟ ਕਰਨਾ ਚਾਹੁੰਦੇ ਹੋ ਕਿਸ ਨਾਲ। ਬੇਟਾ ਅਗਰ ਜਿਹੜੀਆਂ ਪੁਆਇੰਟ ਤੋਂ ਬਾਅਦ ਆ ਮੋਸਟਲੀ ਇਹ 2 ਆਪਣੇ ਪਲੇਸਿਸ ਹੁੰਦੀਆਂ। ਬੇਟਾ ਲਾਸਟ ਵਿੱਚ ਆਉਂਦਾ ਤੁਹਾਡਾ ਨੰਬਰ ਆਫ ਡੈਸੀਮਲ ਪਲੇਸਿਸ ਫੋਰ ਆਪਣਾ ਅਮਾਊਂਟ ਇਨ ਵਰਡਸ। ਅਗਰ ਆਪਾਂ ਕੋਈ ਵੀ ਮੰਨ ਕੇ ਚਲੋ ਬੇਟਾ ਪ੍ਰਿੰਟ ਕਰਨਾ ਚਾਹੁੰਦੇ ਹਾਂ ਤਾਂ ਉਦੋਂ ਤੁਹਾਨੂੰ ਕਿੰਨੇ ਮਤਲਬ ਪੁਆਇੰਟ ਤੋਂ ਬਾਅਦ ਕਿੰਨੇ ਅੱਖਰ ਦਿਖਣੇ ਸ਼ੋ ਹੋਣੇ ਚਾਹੀਦੇ ਆ, ਉਸ ਬਾਰੇ ਦੱਸਦਾ ਬੇਟਾ। ਇਹ ਤੁਹਾਡਾ ਸਾਰਾ ਬੇਟਾ ਕੰਪਨੀ ਜਦੋਂ ਤੁਸੀਂ ਕ੍ਰੀਏਟ ਕਰਨੀ ਹੈ ਸਾਰੀ ਇਨਫੋਰਮੇਸ਼ਨ ਤੁਹਾਨੂੰ ਭਰਨੀ ਪੈਣੀ ਹੈ। ਉਸ ਤੋਂ ਬਾਅਦ ਹੀ ਤੁਸੀਂ ਇਹਨਾਂ ਦੇ ਕੋਈ ਗਰੁੱਪ ਲੈਜਰ ਕੁਛ ਵੀ ਅਗਰ ਕ੍ਰੀਏਟ ਕਰਨਾ ਉਹ ਸਾਰੇ ਬਾਅਦ ਦੇ ਪ੍ਰੋਸੈਸ ਹੈ। ਅਗਰ ਕੰਪਨੀ ਨਹੀਂ ਕ੍ਰੀਏਟ ਹੋਏਗੀ ਤੁਸੀਂ ਕੁਛ ਨਹੀਂ ਕ੍ਰੀਏਟ ਕਰ ਸਕਦੇ। ਬਟ ਟੈਲੀ ਦਾ ਫਸਟ ਔਰ ਪ੍ਰਾਇਮਰੀ ਸਟੈਪ ਹੈ ਬੇਟਾ ਤੁਹਾਡਾ ਕੰਪਨੀ ਨੂੰ ਕ੍ਰੀਏਟ ਕਰਨਾ। ਕਿਸ ਤਰ੍ਹਾਂ ਕਰਨੀ ਹੈ ਬੇਟਾ ਉਹ ਆਪਾਂ ਸਾਰੀ ਡਿਸਕਸ ਕਰ ਚੁੱਕੇ ਹਾਂ, ਠੀਕ ਹੈ ਜੀ। ਪਹਿਲਾਂ ਇੰਸਟਾਲ ਕਰ ਲੈਣੀ ਹੈ, ਇੰਸਟਾਲ ਤੋਂ ਬਾਅਦ ਤੁਸੀਂ ਆਪਣਾ ਜਦੋਂ ਸਕਰੀਨ ਖੋਲੋਗੇ ਆਪਣਾ ਇਸ ਤਰ੍ਹਾਂ ਤੁਹਾਨੂੰ ਸ਼ੋ ਹੋਏਗਾ। ਤੁਸੀਂ ਕ੍ਰੀਏਟ ਕੰਪਨੀ ਉੱਪਰ ਕਲਿੱਕ ਕਰਕੇ ਤੁਹਾਡੇ ਕੋਲ ਇਹ ਸਕਰੀਨ ਆ ਜਾਏਗੀ ਜਿਸ ਬਾਰੇ ਤੁਸੀਂ ਸਾਰੀ ਇਨਫੋਰਮੇਸ਼ਨ ਭਰ ਦੇਣੀ ਹੈ, ਚਾਹੇ ਨੇਮ ਹੈ, ਐਡਰੈਸ ਹੈ, ਕੋਈ ਵੀ ਉਹਨਾਂ ਦਾ ਕੰਟਰੀ ਕੋਡ ਹੈ, ਪਾਸਵਰਡ ਲਗਾ ਦੇਣੇ। ਉਸ ਤੋਂ ਬਾਅਦ ਕਰੰਸੀ ਸਿੰਬਲ ਬਾਰੇ ਭਰ ਦੇਣਾ। ਇਸ ਤਰ੍ਹਾਂ ਤੁਹਾਡਾ ਬੇਟਾ ਕੰਪਨੀ ਕ੍ਰੀਏਟ ਹੋ ਜਾਏਗੀ। ਓਕੇ ਬੇਟਾ।